ਚੰਡੀਗੜ੍ਹ ਕਾਰਪੋਰੇਸ਼ਨ ਦੇ ਇਲੈਕਸ਼ਨ ਹੈਗੇ ਆ 24 ਦਸੰਬਰ ਨੂੰ ਮਤਦਾਨ ਹੋਣਾ ਹੈ। ਕੈਂਡੀਡੇਟ ਡਿਕਲੇਅਰ ਹੋ ਚੁੱਕੇ ਹੈ। ਚੁਣਾਵ ਪ੍ਰਚਾਰ ਸ਼ੁਰੂ ਹੋ ਗਿਆ। 6 ਸਾਲ ਤੋਂ ਚੰਡੀਗੜ੍ਹ ਕਾਰਪੋਰੇਸ਼ਨ 'ਚ ਬੀਜੇਪੀ ਕਾਬਜ਼ ਹੈਗੀ ਆ। ਬੀਜੇਪੀ ਨੇ ਆਪਣਾ ਜਿਹੜੀਆਂ ਵੀ ਅਚੀਵਮੈਂਟਾਂ ਸੀਗੀਆਂ ਉਸ ਦੇ ਸੰਬੰਧ ਵਿੱਚ ਆਪਣਾ ਇੱਕ ਬੁਕਲੈਟ ਜਾਰੀ ਕੀਤਾ ਹੈ। ਦੂਜੇ ਪਾਸੇ ਕਾਂਗਰਸ ਨੇ ਇੱਕ ਚਾਰਜ ਸ਼ੀਟ ਜਾਰੀ ਕੀਤੀ ਹੈ। ਚੰਡੀਗੜ੍ਹ ਬੀਜੇਪੀ ਦੀਆਂ ਨਾਕਾਮੀਆਂ ਨੂੰ ਲੈ ਕੇ ਇੱਕ ਚਾਰਜ ਸ਼ੀਟ ਜਾਰੀ ਕੀਤੀ ਹੈ। ਸਾਡੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਹੈ, ਹਿਮਾਚਲ ਦੇ ਸਹਿ ਪ੍ਰਭਾਰੀ ਹੈ ਸੰਜੇ ਟੰਡਨ ਜੀ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਟੰਡਨ ਸਾਹਿਬ, ਬੀਜੇਪੀ ਨੇ ਜਿੱਥੇ ਆਪਣੀ ਅਚੀਵਮੈਂਟ ਦੀ ਬੁਕਲੈਟ ਜਾਰੀ ਕੀਤੀ ਆ, ਉੱਥੇ ਕਾਂਗਰਸ ਨੇ ਇੱਕ ਚਾਰਜ ਸ਼ੀਟ ਜਾਰੀ ਕੀਤੀ ਹੈ ਜਿਸ 'ਚ ਬੀਜੇਪੀ ਦੀਆਂ ਸਾਰੀਆਂ ਨਾਕਾਮੀਆਂ, ਜਿੰਨੀਆਂ ਵੀ ਨਾਕਾਮੀਆਂ ਸੀਗੀਆਂ ਉਹ ਸਾਰੀਆਂ ਉਸ 'ਚ ਸ਼ਾਮਿਲ ਕੀਤੀਆਂ ਗਈਆਂ। ਤੁਹਾਡਾ ਕੀ ਕਹਿਣਾ? ਦੇਖੋ, ਕਾਂਗਰਸ ਨੇ ਜਿਹੜੀ ਆਪਣੀ ਚਾਰਜ ਸ਼ੀਟ ਦਿੱਤੀ ਹੈ, ਮੈਂ ਉਹਦੀ ਸਾਰੀ ਜਿਹੜੇ ਹੈਗੇ ਆ ਮੈਂ ਕਾਗਜ਼ ਮੈਂ ਉਹਨਾਂ ਦੇ ਪੜ੍ਹੇ ਹੈ। ਮੈਂ ਸਿਰਫ ਕਾਂਗਰਸ ਦੇ ਸਾਥੀਆਂ ਨੂੰ ਇੱਕੋ ਹੀ ਸਵਾਲ ਪੁੱਛਣਾ ਚਾਹੁੰਦਾ ਕਿ ਜਿਹੜਾ 14 ਸਾਲ ਦਾ ਉਹਨਾਂ ਨੇ ਆਪਣੀ ਵਰਕਿੰਗ ਦਾ ਜ਼ਿਕਰ ਕੀਤਾ ਹੈ, ਉਹ 14 ਸਾਲ ਦੇ ਵਿੱਚ ਉਹਨਾਂ ਨੇ ਕੀ ਕੀਤਾ? 14 ਸਾਲ ਉਹਨਾਂ ਦੇ ਮਸ਼ਹੂਰ ਹੈ ਕੋਈ ਬੂਥ ਘੁਟਾਲੇ ਦੇ, ਕੋਈ ਸ਼ੈੱਡ ਘੁਟਾਲੇ ਦੇ, ਕੋਈ ਕਿਤੇ ਜੋ ਰੇਲਵੇ ਘੁਟਾਲੇ ਦੇ, ਕਿਤੇ ਕੋਈ ਇਹਨਾਂ ਦੇ ਬੰਦੇ ਆਪਣਾ ਜੇਲ੍ਹ ਦੇ ਵਿੱਚ ਸਮੇਂ ਲਗਾ ਕੇ ਆਏ ਨੇ। ਕਾਂਗਰਸ ਪਾਰਟੀ ਨੇ ਅੱਜ ਇੱਕ ਇਹੋ ਜਿਹਾ ਨਾਮ ਪੈਦਾ ਕਰ ਲਿਆ ਕਿ ਕਾਂਗਰਸ ਦਾ ਮਤਲਬ ਹੀ ਲੋਕਾਂ ਨੇ ਰੱਖ ਦਿੱਤਾ ਕਿ ਜਿਵੇਂ ਘੁਟਾਲਾ ਪਾਰਟੀ ਹੋ ਗਿਆ। ਇਹਦੇ ਬਾਰੇ ਉਹਨਾਂ ਨੇ ਕਦੀ ਕੋਈ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ। ਮੈਨੂੰ ਲੱਗਦਾ ਕਿ ਚਾਰਜ ਸ਼ੀਟ ਜਾਰੀ ਕਰਨ ਤੋਂ ਪਹਿਲੇ ਕਾਂਗਰਸ ਨੂੰ ਆਪਣੇ ਗਿਰੇਬਾਨ 'ਚ ਝਾਂਕ ਕੇ ਦੇਖਣਾ ਚਾਹੀਦਾ। ਥੋੜਾ ਜਿਹਾ ਡਿਟੇਲ 'ਚ ਦੱਸੋਗੇ? ਜੇਲ੍ਹ 'ਚ ਰਹਿ ਕੇ ਆਏ, ਘੁਟਾਲਿਆਂ ਦੀ ਗੱਲ ਕੀਤੀ, 6 ਸਾਲ ਤੋਂ ਬੀਜੇਪੀ ਹੈ, ਕਿਹੜੇ ਪੀਰੀਅਡ ਦੀ ਤੁਸੀਂ ਗੱਲ ਕਰ ਰਹੇ ਹੋ? ਕਾਂਗਰਸ ਨੇ ਆਪਣੇ ਇਸ ਚਾਰਜ ਸ਼ੀਟ ਦੇ ਵਿੱਚ ਹੀ ਉਹਨਾਂ ਨੇ ਮੈਂਸ਼ਨ ਕੀਤਾ ਕਿ ਸਾਡੇ ਜਿਹੜੇ 14 ਸਾਲ ਸੀਗੇ, 2001 ਤੋਂ ਲੈ ਕੇ 2015 ਤੱਕ ਉਹਨਾਂ ਦਾ ਮੇਅਰ ਸੀਗਾ, ਉਹਦੇ ਵਿੱਚ ਉਹਨਾਂ ਨੇ ਕੀ ਕੀ ਕੰਮ ਕੀਤੀ, ਕੀ ਉਹਨਾਂ ਨੇ ਉਹ ਕਾਰਗੁਜ਼ਾਰੀ ਕੀਤੀ, ਉਹਨਾਂ ਨੇ ਉਹ 14 ਸਾਲ ਦਾ ਜ਼ਿਕਰ ਕੀਤਾ। ਮੈਂ ਉਸ 14 ਸਾਲ ਨੂੰ ਮੈਂ ਇੱਕ ਅਲੱਗ ਢੰਗ ਦੇ ਨਾਲ ਮੈਂ ਉਹਨਾਂ ਨੂੰ ਸਮਝਾਇਆ ਕਿ ਤੁਸੀਂ, ਤੁਹਾਡੇ 14 ਸਾਲ ਇਸ ਗੱਲ ਨੂੰ ਮਸ਼ਹੂਰ ਹੈ, ਚੰਡੀਗੜ੍ਹ ਤੁਹਾਨੂੰ ਇਸ ਗੱਲ ਨੂੰ ਜਾਣਦਾ ਹੈ, ਤੁਸੀਂ ਕਿਹੜੇ 14 ਸਾਲ ਦੀ ਗੱਲ ਕਰ ਰਹੇ ਹੋ? ਤੁਹਾਡੇ ਇਹ 14 ਸਾਲ ਹੈ। ਅਸੀਂ ਸਾਡੇ ਪਿਛਲੇ ਜਿਹੜੇ 6 ਸਾਲ ਦੀ ਗੱਲ ਕਰੋ। ਅੱਜ ਅਸੀਂ ਇਹ ਦੇਖੋ ਜਾਂਦੇ ਪਏ ਗਿਆ, ਤੁਸੀਂ ਦੇਖੋ ਇਹ ਨਾਲ ਦੇ ਨਾਲ ਇੱਥੇ ਸਾਈਕਲ ਟਰੈਕ ਦੇਖੋ, ਤੁਸੀਂ ਇੱਧਰ ਜਿਹੜਾ ਇੱਕ ਵਾਰੀ ਘੁਮਾ ਕੇ ਦੇਖ ਲੈਣਾ, ਇਹ ਦੇਖੋ ਬੱਚੇ ਸਾਈਕਲ ਚਲਾ ਕੇ ਜਾ ਰਹੇ ਨੇ। ਇਹ ਸਾਈਕਲ ਟਰੈਕ ਕਿਹਦੀ ਦੇਣ ਹੈ? ਇਹ ਚੰਡੀਗੜ੍ਹ ਭਾਰਤੀ ਜਨਤਾ ਪਾਰਟੀ ਦੀ ਦੇਣ ਹੈ। ਹੁਣੇ ਅਸੀਂ ਉਹ ਚੌਂਕ ਤੋਂ ਲੰਘਾਂਗੇ, ਤੁਹਾਨੂੰ ਉਹ 에ਅਰ ਪਿਊਰੀਫਾਇਰ ਜਿਹੜਾ ਟਰਾਂਸਪੋਰਟ ਚੌਂਕ ਤੇ ਦਿਖੇਗਾ, ਉਹ ਕਿਹਦੀ ਦੇਣ ਹੈ? ਉਹ ਭਾਰਤੀ ਜਨਤਾ ਪਾਰਟੀ ਦੀ ਦੇਣ ਹੈ। ਉਹ ਜਿਹੜਾ ਅਸੀਂ ਸਮਾਰਟ ਸਿਟੀ ਦੇ ਵਿੱਚ ਅਸੀਂ ਉਹ ਕਨੈਕਟ ਕੀਤਾ, ਰੋਜ਼ ਗਾਰਡਨ ਨੂੰ 17 ਸੈਕਟਰ ਦੇ ਨਾਲ ਕਨੈਕਟ ਕੀਤਾ, ਜਿਹੜਾ ਅੰਡਰਪਾਸ ਬਣਾ ਕੇ, ਉਹ ਕਿਹਦੀ ਦੇਣ ਹੈ? ਉਹ ਭਾਰਤੀ ਜਨਤਾ ਪਾਰਟੀ ਦੀ ਦੇਣ ਹੈ। ਉਹ ਜੇ ਤੁਸੀਂ ਇੱਥੇ ਦੇਖੋ, ਅੱਜ ਬਰਡ ਪਾਰਕ ਬਣਿਆ, ਅੱਜ ਦੁਨੀਆ ਦੇ ਵਿੱਚ ਲੋਕੀ ਇੱਥੇ ਦੇਖਣ ਨੂੰ ਆ ਰਹੇ ਆ, ਉਹ ਕਿਹਦੀ ਦੇਣ ਹੈ? ਉਹ ਭਾਰਤੀ ਜਨਤਾ ਪਾਰਟੀ ਦੀ ਦੇਣ ਹੈ। ਜੇ ਗ੍ਰੀਨ ਸਿਟੀ ਬਣਿਆ, ਜੇ ਇੱਥੇ ਗ੍ਰੀਨਰੀ 38% ਤੋਂ ਜੇ 46% ਤੇ ਪਹੁੰਚੀ, ਉਹ ਭਾਰਤੀ ਜਨਤਾ ਪਾਰਟੀ ਦੀ ਦੇਣ ਹੈ। ਜੇ ਅੱਜ ਹੈਪੀਨੈਸ ਇੰਡੈਕਸ ਵੀ ਜਿਹੜਾ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਕੀਤਾ, ਅਗਰ ਉਹਦੇ ਵਿੱਚ ਵੀ ਇੰਡੀਆ ਦੇ ਵਿੱਚ ਨੰਬਰ 1 ਤੇ ਹੈਗਾ, ਤੇ ਅੱਜ ਅਸੀਂ ਉਹਨੂੰ ਦੁਨੀਆ 'ਚ ਨੰਬਰ 1 ਬਣਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਉਹਦੇ ਲਈ ਕ੍ਰਿਤ ਸੰਕਲਪ ਹੈ। ਅਸੀਂ 2200 ਇੱਥੇ ਅਸੀਂ ਲਗਾਏ, ਜਿਹੜੇ ਆਪਣਾ CCTV ਅਸੀਂ ਆਲਰੇਡੀ ਲਗਾ ਚੁੱਕੇ ਹੈਗੇ ਹਾਂ। ਅੱਜ ਤੁਸੀਂ ਦੇਖੋ ਚੰਡੀਗੜ੍ਹ ਹਰ ਤਰੀਕੇ ਦੇ ਨਾਲ ਗਾਂਹ ਅੱਗੇ ਵਧ ਰਿਹਾ। ਨਾਲੇ ਚੰਡੀਗੜ੍ਹ ਦਾ ਕੀ ਹੈ ਦਿਨੇਸ਼ ਜੀ, ਕਿ ਚੰਡੀਗੜ੍ਹ ਇੱਕ ਯੂਨੀਅਨ ਟੈਰੀਟਰੀ ਹੈ। ਯੂਨੀਅਨ ਟੈਰੀਟਰੀ ਦੇ ਵਿੱਚ ਕੰਮ ਕਰਨ ਲਈ ਤੁਹਾਨੂੰ ਹਮੇਸ਼ਾ ਇੱਕ ਜ਼ਰੂਰਤ ਪੈਂਦੀ ਹੈ ਕਿ ਕੇਂਦਰ ਸਰਕਾਰ ਦੇ ਨਾਲ ਡਾਇਰੈਕਟ ਸੰਬੰਧਿਤ ਹੈ। ਕੇਂਦਰ ਦੇ ਵਿੱਚ ਜਿਹਦੀ ਸਰਕਾਰ ਹੈ, ਤੇ ਚੰਡੀਗੜ੍ਹ ਦੀ ਜਨਤਾ ਨੇ ਹਮੇਸ਼ਾ ਉਹਦਾ ਹੀ ਸਾਥ ਦਿੱਤਾ ਹੈ। 2006 ਦੇ ਵਿੱਚ ਚੁਣਾਵ ਹੋਇਆ, ਦਿੱਲੀ 'ਚ ਕੇਂਦਰ ਦੀ ਸਰਕਾਰ ਸੀ ਤੇ ਕਾਂਗਰਸ ਨੂੰ ਲੋਕਾਂ ਨੇ ਇੱਥੇ ਕਾਰਪੋਰੇਸ਼ਨ ਬਣਾਈ। 2011 'ਚ ਕਾਂਗਰਸ ਦੀ ਕਾਰਪੋਰੇਸ਼ਨ ਬਣੀ, 16 'ਚ ਭਾਰਤੀ ਜਨਤਾ ਪਾਰਟੀ ਦੀ ਬਣੀ। ਐਤਕੀ ਵੀ ਲੋਕਾਂ ਦੇ ਮਨ 'ਚ ਹੈ ਕਿ ਭਾਈ ਕੰਮ ਤੇ ਸਾਰੇ ਅਸੀਂ BJP ਦੇ ਰਾਹੀਂ ਕਰਾਣੇ ਆ। ਜਿੰਨੇ ਸਾਡੀਆਂ ਸਮੱਸਿਆਵਾਂ ਮੈਂ ਉਹਦਾ ਹੱਲ BJP ਦੇਗੀ, ਇੱਥੋਂ ਵੀ ਦੇਗੀ। ਆਪਣਾ ਜਿਹੜੇ ਸਾਰੇ ਅਫਸਰ ਹੈਗੇ ਆ ਉਹ BJP ਦੇ ਲਗਾਏ ਹੋਏ ਨੇ, ਜਿਹੜੇ ਗਵਰਨਰ ਸਾਹਿਬ ਹੈ ਉਹ BJP ਦੇ ਹੈ, ਜਿਹੜਾ ਸੰਸਦ ਹੈ ਉਹ BJP ਦੀ ਹੈ, ਜਿਹੜੀ ਕਿ ਦੇਸ਼ ਦੀ ਸਰਕਾਰ ਹੈ ਉਹ BJP ਦੀ ਹੈ, ਤੇ ਜਿਹੜਾ ਇੱਥੇ ਪਾਰਸ਼ਦ ਵੀ ਹੋਏਗਾ
ਉਹ ਵੀ ਬੀਜੇਪੀ ਦਾ ਹੋਏਗਾ, ਤਾਂ ਕਿ ਇਹ ਡਬਲ ਤੋਂ ਟ੍ਰਿਪਲ ਇੰਜਨ ਜਿਹੜਾ ਬਣਦਾ ਹੈਗਾ ਵੇ, ਤਾਂ ਇਹ ਟ੍ਰਿਪਲ ਇੰਜਨ ਲਗਾ ਕੇ ਅਸੀਂ ਸ਼ਹਿਰ ਨੂੰ ਹੋਰ ਗਾਂਹ ਵਧਾਵਾਂਗੇ। ਸਰ, ਹਿਮਾਚਲ 'ਚ ਹੁਣੀ ਉਪ ਚੁਣਾਵ ਹੋਏ, ਬੀਜੇਪੀ ਸਾਰੀਆਂ ਸੀਟਾਂ ਤੇ ਚੁਣਾਵ ਹਾਰ ਗਈ। ਉੱਥੇ ਵੀ ਸੇਮ ਕਹਾਣੀ ਸੀਗੀ, ਉੱਥੇ ਵੀ ਬੀਜੇਪੀ ਦੀ ਸਰਕਾਰ ਸੀਗੀ, ਸੈਂਟਰ 'ਚ ਬੀਜੇਪੀ ਦੇ ਸੀਗੇ, ਉੱਥੇ ਵੀ ਜਿਹੜੇ ਲੋਕ ਸਭਾ ਦੇ ਲੀਡਰ ਸੀ ਕਹਿੰਦੇ MP ਸੀਗੇ ਉਹ ਵੀ ਬੀਜੇਪੀ ਦੇ ਸੀਗੇ, ਫਿਰ ਵੀ ਉੱਥੇ ਜਿਹੜੀ ਹੈ ਬੀਜੇਪੀ ਹਾਰੀ ਹੈ। ਦੂਜੀ ਗੱਲ, ਮੈਂ ਚੰਡੀਗੜ੍ਹ ਦੇ ਉੱਤੇ ਆਉਣਾ। ਚੰਡੀਗੜ੍ਹ ਸਵੱਛ ਭਾਰਤ ਅਭਿਆਨ ਵਿੱਚ ਚੰਡੀਗੜ੍ਹ 66ਵੇਂ ਨੰਬਰ ਤੇ ਪਹੁੰਚ ਗਿਆ ਖਿਸਕ ਕੇ, ਜਦ ਕਿ ਪਹਿਲੇ ਉਹ 3ਜੇ ਨੰਬਰ ਤੇ ਸੀ। ਦੂਜੀ ਗੱਲ, ਇੱਥੇ ਕੂੜੇ ਦਾ ਪਹਾੜ, ਜਿੱਦਾਂ ਦਿੱਲੀ ਬਾਈਪਾਸ ਤੇ ਕੂੜੇ ਦਾ ਪਹਾੜ ਬਣਿਆ ਹੋਇਆ, ਇੱਥੇ ਚੰਡੀਗੜ੍ਹ ਵਿੱਚ ਕੂੜੇ ਦਾ ਪਹਾੜ 6 ਸਾਲ ਜਿੱਦਾਂ ਚ ਬੀਜੇਪੀ ਰਹੀ ਹੈ ਉਸ ਦੇ ਬਾਅਦ ਘਟਣ ਦੀ ਬਜਾਏ ਉਹ ਵਧਿਆ। ਦਿਨੇਸ਼ ਜੀ, ਮੈਂ ਤੁਹਾਨੂੰ ਕਹਾਂਗਾ, ਤੁਸੀਂ ਪੁਰਾਣਾ ਜਿਹੜਾ ਹੈਗਾ ਨਾ ਉਹ ਪਹਾੜ ਦੀ ਨਾ ਇੱਕ ਫੋਟੋ ਲੈ ਲਓ ਤੇ ਅੱਜ ਨਵੀਂ ਫੋਟੋ ਲੈ ਲਓ। 1/3 ਹਿੱਸਾ ਜਿਹੜਾ ਉੱਥੋਂ ਸਾਫ਼ ਕਰਕੇ, ਜਿਹੜੀ ਅਸੀਂ ਉਹਨੂੰ ਮਾਈਨਿੰਗ ਉਹਦਾ ਕਰਕੇ ਅਸੀਂ ਉਹਦੀ ਸਫਾਈ ਕਰ ਦਿੱਤੀ ਹੈ ਆਲਰੇਡੀ। ਅਸੀਂ ਜਿਹੜਾ ਹੈਗਾ ਅਗਲੇ 6 ਮਹੀਨੇ ਦੇ ਵਿੱਚ ਉਹ ਪੂਰਾ ਪਹਾੜ ਖਤਮ ਹੋ ਕੇ ਉੱਥੇ ਤੁਹਾਨੂੰ ਇੱਕ ਗਰਾਊਂਡ ਦਿਖੇਗੀ। ਅਸੀਂ ਉਹਦਾ ਸਾਰਾ ਪ੍ਰਬੰਧ ਕਰ ਚੁੱਕੇ ਹਾਂ। ਜਿਹੜੀ ਉੱਥੋਂ ਸਮੈਲ ਜਾਂਦੀ ਸੀ ਉਹਦੇ ਵਾਸਤੇ ਅਸੀਂ ਉੱਥੇ ਇੱਕ ਦੀਵਾਰ ਵੀ ਐਡੀ ਉੱਚੀ ਬਣਾ ਦਿੱਤੀ ਹੈ ਤੇ ਤਾਂ ਕਿ ਸਮੈਲ ਵੀ ਦੂਜੇ ਪਾਸੇ ਉੱਧਰੋਂ ਟਰਾਂਸਫਰ ਨਾ ਹੋਵੇ। ਭਾਰਤੀ ਜਨਤਾ ਪਾਰਟੀ ਇਸ ਚੀਜ਼ ਵੱਲ ਅੱਗੇ ਵਧ ਰਹੀ। ਜਿਹੜਾ ਸਾਡਾ ਗਾਰਬੇਜ ਟ੍ਰੀਟਮੈਂਟ ਪਲਾਂਟ ਸੀਗਾ ਉਹ ਵੀ ਇੱਕ ਸੀਮੈਂਟ ਬਣਾਉਣ ਵਾਲੀ ਕੰਪਨੀ ਨੂੰ ਕਾਂਗਰਸ ਨੇ ਦੇ ਦਿੱਤਾ ਸੀਗਾ। ਜਿਹੜੀਆਂ ਬਾਹਰੋਂ ਜਿਹੜੀਆਂ ਗਾਰਬੇਜ ਟ੍ਰੀਟਮੈਂਟ ਵਾਲੇ ਜਿਹੜੇ ਪਲਾਂਟ ਆ ਰਹੇ ਸੀਗੇ ਉਹ ਸਾਰੀਆਂ 18 ਦੀਆਂ 18 ਕੰਪਨੀਆਂ ਨੂੰ ਰਿਜੈਕਟ ਕਰ ਦਿੱਤਾ। ਉਹ ਕਿਉਂ ਕੀਤਾ ਗਿਆ? ਤੁਹਾਨੂੰ ਪਤਾ, ਕਾਂਗਰਸ ਦਾ ਕੰਮ ਕਰਨ ਦਾ ਤਰੀਕਾ ਥੋੜਾ ਅੱਡ ਹੈ। ਉਹਨਾਂ ਨੇ ਚੰਗਿਆਈ ਨਹੀਂ ਦੇਖੀ, ਉਹਨਾਂ ਨੇ ਇਹ ਨਹੀਂ ਦੇਖਿਆ ਕਿਹੜਾ ਪ੍ਰੋਜੈਕਟ ਚੰਗੇ ਢੰਗ ਨਾਲ ਚੱਲ ਸਕਦਾ ਹੈ, ਉਹਨਾਂ ਨੇ ਇਹ ਦੇਖਿਆ ਕਿ ਆਪਣਾ ਫਾਇਦਾ ਕਿਹਦੇ ਵਿੱਚ ਹੋ ਸਕਦਾ ਹੈਗਾ। ਅੱਜ ਅਸੀਂ ਆ ਕੇ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ, ਕਿਉਂਕਿ ਕੰਟਰੈਕਟ ਦੀਆਂ ਇਹੋ ਜਿਹੀਆਂ ਉਹਦੇ 'ਚ ਕਿੰਨਾ ਸ਼ਰਤਾਂ ਲਿਖੀਆਂ ਹੋਈਆਂ ਸੀਗੀਆਂ ਕਿ ਉਹਨੂੰ ਖਾਰਜ ਕਰਨ ਵਾਸਤੇ ਵੀ ਕਿੰਨਾ ਟਾਈਮ ਲੱਗਾ। ਹੁਣ ਅਸੀਂ ਉਹਨਾਂ ਨੂੰ ਖਾਰਜ ਕਰਕੇ ਉਹਨਾਂ ਦਾ ਕੰਟਰੈਕਟ ਕੈਂਸਲ ਕਰਕੇ ਹੁਣ ਅਸੀਂ ਉਹ ਜਿਹੜਾ ਟ੍ਰੀਟਮੈਂਟ ਪਲਾਂਟ ਵੀ ਹੈ ਉਹ ਆਪਣੇ ਕਬਜ਼ੇ 'ਚ ਲਿੱਤਾ ਔਰ ਉਹ ਟ੍ਰੀਟਮੈਂਟ ਪਲਾਂਟ ਹੁਣ ਅਸੀਂ ਉਹਦੇ ਵਿੱਚ ਅਸੀਂ ਨਵਾਂ ਲਗਾਵਾਂਗੇ। ਉੱਥੇ ਤੇ 1/10 ਤੇ ਸਿਰਫ ਜਿਹੜਾ ਹੈਗਾ ਵੈ ਗਾਰਬੇਜ ਟਰੀਟ ਹੁੰਦਾ, 9/10 ਗਾਰਬੇਜ ਤੇ ਉੱਥੇ ਪਹਾੜ ਬਣੀ ਜਾਂਦਾ। ਤੇ ਉਹ ਪਹਾੜ ਵਾਸਤੇ ਕਿਉਂ ਨਹੀਂ ਇਹਦੀ ਪਲੈਨਿੰਗ ਕੀਤੀ ਗਈ? ਇਹ ਕਿਹੜੇ 14 ਸਾਲ ਦੀ ਗੱਲ ਕਰਦੇ ਨੇ? ਹੁਣ ਉਹ ਜਗ੍ਹਾ ਸਾਰੀ ਉਹਦੇ ਵਿੱਚ ਸੀਗੀ। ਨਵੀਂ ਜਗ੍ਹਾ, ਤੁਹਾਨੂੰ ਪਤਾ ਅੱਜ ਕੋਈ ਨਵਾਂ ਕਿਤੇ ਹੋਰ ਜਗ੍ਹਾ ਤੇ ਪਲਾਂਟ ਲਾਉਣ ਵਾਸਤੇ ਤੁਸੀਂ ਗੱਲ ਵੀ ਛੇੜੋ ਤੇ ਉਸ ਮੁਹੱਲੇ ਦੇ ਲੋਕੀ ਆਉਂਦੇ, ਕਿਉਂ ਜੀ ਮੇਰੇ ਇੱਥੇ ਕਿਉਂ ਲਗਾ ਰਹੇ ਹੋ ਜੀ, ਇਹ ਤੇ ਤੁਸੀਂ ਦੇਖਦੇ ਹੀ ਹੈਗੇ ਹੋ। ਤੇ ਤੁਹਾਨੂੰ ਉਸੇ ਜਗ੍ਹਾ ਦੇ ਵਿੱਚ ਕਰਨਾ ਹੈ ਤੇ ਪਹਿਲੇ ਜਦ ਤੱਕ ਉਸ ਕੰਪਨੀ ਦਾ ਕੰਟਰੈਕਟ ਕੈਂਸਲ ਨਾ ਕਰਕੇ ਉਹ ਜਗ੍ਹਾ ਨੂੰ ਤੁਸੀਂ ਕਬਜ਼ੇ 'ਚ ਨਾ ਲੈਂਦੇ ਤੇ ਤੁਸੀਂ ਉਹਨੂੰ ਠੀਕ ਕਿਵੇਂ ਕਰ ਸਕਦੇ ਸੀਗੇ? ਮੈਨੂੰ ਜਾਪਦਾ ਹੈ ਕਿ ਲੋਕ ਇਸ ਗੱਲ ਨੂੰ ਸਮਝਦੇ ਨੇ। ਲੋਕ ਸਮਝਦੇ ਨੇ ਕਿ ਸਾਨੂੰ ਕਿਸ ਢੰਗ ਦੇ ਨਾਲ ਜੋ ਬੰਦਾ ਫਾਇਦਾ ਪਹੁੰਚਾ ਸਕਦਾ ਹੈਗਾ ਵੈ, ਜਿਹੜੀ ਪਾਰਟੀ ਫਾਇਦਾ ਪਹੁੰਚਾ ਸਕਦੀ ਹੈਗੀ ਹੈ, ਉਹਨੂੰ ਵੋਟ ਦੇਣਗੇ। ਮੈਨੂੰ ਇਸ ਵੇਲੇ ਲੱਗਦਾ ਕਿ ਕਾਂਗਰਸ ਜਾਂ ਕਾਂਗਰਸ ਦੀ ਜਿਹੜੀ B ਟੀਮ ਜਿਹੜੀ ਆ ਆਮ ਆਦਮੀ ਪਾਰਟੀ, ਉਹ ਕਿਤੇ ਵੀ ਸਾਡੇ ਸਾਹਮਣੇ ਇਹੋ ਜਿਹਾ ਕੋਈ ਮੁਕਾਬਲਾ ਪੇਸ਼ ਨਹੀਂ ਕਰ ਪਾਉਂਦੀ। ਕਾਂਗਰਸ ਇਹ ਕਹਿ ਰਹੀ ਹੈ ਆਮ ਆਦਮੀ ਪਾਰਟੀ BJP ਦੀ B ਟੀਮ ਹੈ। ਕਾਂਗਰਸ, ਇਹ ਤੇ ਤੁਸੀਂ ਜਾਣਦੇ ਹੀ ਹੋ ਕਿੰਨੀਆਂ ਸਟੇਜਾਂ ਦੇ ਉੱਤੇ ਕੇਜਰੀਵਾਲ ਤੇ ਰਾਹੁਲ ਇਕੱਠੇ ਦਿਖੇ, ਇਹ ਤੁਸੀਂ ਵੀ ਜਾਣਦੇ ਹੋ। ਹੱਥ ਉਠਾ ਕੇ ਜੇ ਫੋਟੋ ਲੱਭੋਗੇ ਤੇ ਤੁਹਾਨੂੰ ਉਹ ਫੋਟੋ ਵੀ ਦਿਖ ਜਾਏਗੀ। ਇਹ ਕਿਤੇ ਨਾ ਕਿਤੇ ਪਿੱਛੇ ਮਸੇਰੇ ਭਾਈ ਹੈਗੇ ਆ, ਤੁਸੀਂ ਵੀ ਲੱਭ ਲੈਣਾ, ਉਹ ਫੋਟੋ ਵਿੱਚ ਲਾ ਦੇਣਾ ਇਹਦੇ ਵਿੱਚ ਨਾਲ। ਇੱਕ ਸਵੱਛ ਭਾਰਤ ਅਭਿਆਨ 'ਚ ਜਿਹੜਾ ਅਸੀਂ 66ਵੇਂ ਨੰਬਰ ਤੇ ਪਹੁੰਚ ਗਏ ਆ, ਉਸ ਦੀ ਤੁਸੀਂ ਗੱਲ ਨਹੀਂ ਕੀਤੀ। ਦੇਖੋ, ਉਹਦੇ ਵਿੱਚ ਜਿਹੜਾ ਹੈਗਾ ਵੈ ਸਰਵੇ ਦੇ ਵਿੱਚ ਕਈ ਇਹੋ ਜਿਹੀਆਂ ਰਿਕੁਆਇਰਮੈਂਟਸ ਹੈ ਜਿਨ੍ਹਾਂ ਦੀ ਪੈਰਾਮੀਟਰਸ ਨੂੰ ਚੇਂਜ ਹੋਏ ਹੈਗੇ ਆ, ਜਿਨ੍ਹਾਂ ਦੇ ਬਾਰੇ ਮੈਨੂੰ ਪਤਾ ਲੱਗਿਆ। ਉਸ ਪੈਰਾਮੀਟਰ ਦੇ ਚੇਂਜ ਹੋਣ ਦੇ ਨਾਲ ਜਿਹੜੇ ਉਹ ਮਾਰਕਿੰਗ ਹੁੰਦੀ ਹੈ, ਜਿਹੜੇ ਨੰਬਰ ਦਿੰਦੇ ਨੇ, ਉਹ ਨੰਬਰਸ ਜਿਹੜੇ ਹੈਗੇ ਆ ਉਹ ਉਹਨਾਂ ਦੇ ਕਰਕੇ ਸਾਡਾ ਇਹੋ ਜਿਹਾ ਉਹ ਰੈਂਕ ਆਇਆ। ਜੇ ਤੁਸੀਂ ਉਹਨੂੰ ਉਂਝ ਸਵੱਛਤਾ ਦੇਖੋ, ਤੁਸੀਂ ਚੰਡੀਗੜ੍ਹ ਵੱਲ ਕਿਤੇ ਵੀ ਆਪਣਾ ਤੁਸੀਂ ਕੈਮਰਾ ਘੁਮਾ ਕੇ ਦੇਖ ਸਕਦੇ ਹੈਗੇ ਹੋ। ਸ਼ਹਿਰ ਦੇਖੋ ਤੁਸੀਂ, ਇਹ ਸੜਕਾਂ ਤੁਸੀਂ ਦੇਖੋ, ਇੱਥੇ ਗਰੀਨਰੀ ਦੇਖੋ, ਤੁਹਾਨੂੰ ਸਵੱਛਤਾ ਦੇ ਵਿੱਚ ਇਹੋ ਜਿਹਾ ਚੈਲੰਜ ਨਹੀਂ ਲੱਗੇਗਾ। ਲੇਕਿਨ ਉਹ ਜਿਹੜੀ ਹੈਗੀ ਹੈ ਇੱਕ ਕੰਪੈਰੀਟਿਵ ਔਰ ਉਹ ਨੰਬਰਸ ਦੇ ਵਿੱਚ ਜਾ ਕੇ ਤੁਸੀਂ ਦੇਖਦੇ ਹੋ। ਤੁਸੀਂ ਬਾਕੀ ਇੱਥੋਂ ਸ਼ਹਿਰ ਨਿਕਲ ਕੇ ਤੁਸੀਂ ਜਰਾ ਆਂਢੀ ਗੁਆਂਢੀ ਸ਼ਹਿਰਾਂ ਦੇ ਵਿੱਚ ਜਰਾ ਜਾ ਕੇ ਤੇ ਦੇਖੋ, ਤਾਂ ਤੁਹਾਨੂੰ ਪਤਾ ਲੱਗਦਾ ਕਿ ਚੰਡੀਗੜ੍ਹ ਕਿੰਨਾ ਹੈਗਾ। ਜਿਹੜੇ ਬਾਹਰੋਂ ਲੋਕੀ ਆਉਂਦੇ ਉਹ ਸਾਰੇ ਸਾਨੂੰ ਆ ਕੇ ਉਹ ਬੜੀ ਤਾਰੀਫ ਕਰਦੇ ਆ, ਕਹਿੰਦੇ ਯਾਰ ਚੰਡੀਗੜ੍ਹ, ਯਾਰ ਸੋਹਣਾ ਚੰਡੀਗੜ੍ਹ, ਨਾ ਸਵੱਛ ਚੰਡੀਗੜ੍ਹ, ਸਵਸਥ ਚੰਡੀਗੜ੍ਹ, ਖੁਸ਼ ਚੰਡੀਗੜ੍ਹ, ਉਹ ਇਹੋ ਜਿਹੀਆਂ ਗੱਲਾਂ ਕਰਦੇ ਨੇ।
ਸੋ ਮੈਨੂੰ ਲੱਗਦਾ ਕਿ ਅਸੀਂ ਬੀਜੇਪੀ ਦੇ ਨਾਲ ਮਿਲ ਕੇ ਖੁਸ਼ਹਾਲ ਚੰਡੀਗੜ੍ਹ ਹੁਣ ਬਣਾਉਣ ਅੱਗੇ ਵਧ ਰਹੇ ਹਾਂ। ਤੁਸੀਂ ਸਰ ਆਮ ਆਦਮੀ ਪਾਰਟੀ ਨੂੰ ਸੀਰੀਅਸਲੀ ਲੈ ਰਹੇ ਹੋ? ਦੇਖੋ, ਕਿਸੇ ਵੀ ਬੰਦੇ ਨੂੰ ਆਪਣੇ ਇਲੈਕਸ਼ਨ ਨੂੰ, ਆਪਣੇ ਪ੍ਰਤੀਦਵੰਦਵੀ ਨੂੰ ਔਰ ਆਪਣੀ ਬਿਮਾਰੀ ਨੂੰ ਕਦੀ ਵੀ ਛੋਟਾ ਨਹੀਂ ਸਮਝਣਾ ਚਾਹੀਦਾ। ਇਹ ਬੜੇ ਵੱਡੇ ਗਿਆਨੀ ਲੋਕ ਕਹਿ ਗਏ ਨੇ, ਤੁਸੀਂ ਸੀਰੀਅਸਲੀ ਲਵੋ ਜਾਂ ਨਾ ਲਵੋ, ਲੇਕਿਨ ਤੁਹਾਨੂੰ ਚੁਣਾਵ ਨੂੰ ਬੜਾ ਸੀਰੀਅਸਲੀ ਲੈਣਾ ਪੈਂਦਾ ਹੈ। ਔਰ ਚੁਣਾਵ ਦੇ ਵਿੱਚ ਕੋਈ ਵੀ ਬੰਦਾ ਸਾਹਮਣੇ ਖੜਾ ਹੋਏ, ਉਹਦੀਆਂ ਜਿਹੜੀਆਂ ਹੈਗੀਆਂ ਇਹ ਗੁਣ ਦੋਸ਼ ਦੇ ਆਧਾਰ ਦੇ ਉੱਤੇ ਉਹਦੇ ਨਾਲ ਤੁਹਾਨੂੰ ਨਜਿੱਠਣਾ ਪੈਂਦਾ ਹੈ। ਸੋ ਮੈਨੂੰ ਲੱਗਦਾ ਕਿ ਕੋਈ ਵੀ ਬੰਦੇ ਦਾ, ਸਾਡਾ ਕੋਈ ਵੀ ਕਾਰਜਕਰਤਾ ਆਪਣੇ ਆਪ ਨੂੰ ਇਸ ਨੂੰ ਢਿਲਾਈ 'ਚ ਨਾ ਰੱਖੇ, ਆਪਣੇ ਆਪ ਨੂੰ ਅੱਗੇ ਵੱਧ ਕੇ ਹਰ ਚੀਜ਼ ਦਾ ਸੰਗਿਆਨ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ। ਮੈਂ ਇੰਝ ਸੋਚਦਾ। ਤੁਸੀਂ ਕੀ ਮੰਨਦੇ ਹੋ ਵੀ ਕਾਂਗਰਸ ਔਰ ਬੀਜੇਪੀ 'ਚ ਮੁਕਾਬਲਾ? ਮੁੱਖਤਾ ਜਿਹੜਾ ਹੈਗਾ ਵਾ ਇਹ ਕਾਂਗਰਸ ਬੀਜੇਪੀ ਦੇ ਵਿੱਚ ਮੁਕਾਬਲਾ ਦਿਖ ਰਿਹਾ। ਜਿਹੜੇ ਬੀਜੇਪੀ ਦੇ ਰਾਈਵਲਸ ਖੜੇ ਆ ਅਲੱਗ-ਅਲੱਗ ਸੀਟਾਂ ਤੇ, ਤੁਹਾਨੂੰ ਲੱਗਦਾ ਨਹੀਂ ਹੈ ਵੀ ਬੀਜੇਪੀ ਲਈ ਚੈਲੰਜ ਆ, ਬੀਜੇਪੀ ਨੂੰ ਨੁਕਸਾਨ ਕਰਨਗੇ? ਦੇਖੋ, ਕੁਛ ਅਸੀਂ ਜਿਹੜਾ ਹੈਗਾ ਵਾ ਕਾਫੀ ਹੱਦ ਤੱਕ ਜਿਹੜੇ ਸਾਡੇ ਰਿਬੈਲਸ ਖੜੇ ਨਹੀਂ ਹੋਏ, ਦੂਸਰੇ ਪਾਸੇ ਜਿੱਥੇ ਖੜੇ ਹੋਏ ਸੀਗੇ ਉਹਨਾਂ ਨੂੰ ਕਾਫੀ ਹੱਦ ਤੱਕ ਬਿਠਾ ਵੀ ਦਿੱਤਾ ਗਿਆ, ਉਹ ਵੀ ਪਾਰਟੀ ਦੇ ਨਾਲ ਨੇ। ਤੀਸਰਾ, ਜਿਹੜੇ ਟਾਈਮ ਕੱਲ ਨਿਕਲ ਗਿਆ ਉਸ ਤੋਂ ਬਾਅਦ ਵੀ 2-3 ਲੋਕ ਐਸੇ ਨੇ ਜਿਨ੍ਹਾਂ ਨੇ ਆ ਕੇ ਪਾਰਟੀ ਦੇ ਉਮੀਦਵਾਰ ਦੇ ਸਮਰਥਨ ਦੇ ਵਿੱਚ ਰਿਟਾਇਰ ਹੋਣ ਦੀ ਵੀ ਗੱਲ ਕਹੀ ਹੈ। ਔਰ ਅੱਜ ਇੱਕ ਉਮੀਦਵਾਰ ਨੇ ਜਿਹੜੇ ਸ਼ਿਵਚੰਦ ਜੀ, ਉਹਨਾਂ ਨੇ ਤੇ ਅੱਜ ਆਪਣਾ ਸਮਰਥਨ ਵੀ ਘੋਸ਼ਣਾ ਕਰ ਦਿੱਤੀ ਹੈ। ਮੈਨੂੰ ਜਾਪਦਾ ਕਿ ਜਿਹੜਾ ਅਗਲੇ 1-2 ਦਿਨ ਦੇ ਵਿੱਚ ਜਿਹੜੇ 2-4 ਬੰਦੇ ਆਪਣੇ ਰਹਿ ਗਏ ਹੈ, ਉਹ ਵੀ ਇਸ ਲਾਈਨ ਦੇ ਉੱਤੇ ਸਾਡੇ ਨਾਲ ਚੱਲਣਗੇ ਔਰ ਭਾਰਤੀ ਜਨਤਾ ਪਾਰਟੀ ਦੇ ਹੱਥ ਨੂੰ ਮਜ਼ਬੂਤ ਕਰਨਗੇ। ਇੱਕ ਨਾ ਇੰਟਰਨਲ ਹਰ ਇੱਕ ਪਾਰਟੀ ਸਰਵੇ ਕਰਾਉਂਦੀ ਹੈ, ਤੁਸੀਂ ਵੀ ਲਾਜ਼ਮੀ ਟਾਈਮ ਤੇ ਸਰਵੇ ਕਰਾਇਆ ਹੋਣਾ। ਤੁਹਾਡਾ ਸਰਵੇ ਕੀ ਕਹਿ ਰਿਹਾ, ਕੀ ਰਹੇਗਾ ਇਲੈਕਸ਼ਨ ਦਾ ਪਰਿਣਾਮ, ਕੀ ਰਹੇਗਾ ਅੱਜ ਦੀ ਡੇਟ 'ਚ, ਕੀ ਰਹੇਗਾ? ਅੱਜ ਦੀ ਡੇਟ 'ਤੇ ਮੈਨੂੰ ਲੱਗਦਾ ਕਿ ਅਸੀਂ 35 ਸੀਟਾਂ ਤੇ ਅੱਗੇ ਹਾਂ। 35 ਚੋਂ 35? ਪਿਛਲੀ ਵਾਰੀ 22 ਚੋਂ 20 ਆਈਆਂ ਸੀ। ਇਸ ਵੇਲੇ ਤੇ ਜਿਹੜਾ ਲੱਗ ਰਿਹਾ ਕਿ ਕਿਸੇ ਵੀ ਦੂਸਰੀ ਪਾਰਟੀ ਦਾ ਨਾ ਤੁਹਾਨੂੰ ਕਿਤੇ ਦਿਖ ਨਹੀਂ ਰਿਹਾ। ਅਸੀਂ ਵੀ ਤਾਂ ਇੱਕ ਆਂਕਲਨ ਕਰਦੇ ਹਾਂ ਨਾ, ਆਂਕਲਨ ਦੇ ਵਿੱਚ ਕੋਈ ਦੂਸਰਾ ਬੰਦਾ ਸਾਹਮਣੇ ਦਿਖਦਾ ਹੋਏ, ਕੋਈ ਕਿਸੇ ਦਾ ਦਫ਼ਤਰ ਖੁੱਲਿਆ ਹੋਵੇ, ਕਿ ਕਿਸੇ ਦੇ 4 ਝੰਡੇ ਦਿਖਦੇ ਹੋਣ, ਕੋਈ ਕਿਸੇ ਦੀ ਯਾਤਰਾ ਦਿਖਦੀ ਹੋਵੇ, ਕੋਈ ਕਿਸੇ ਦੀ ਕੈਨਵੈਸਿੰਗ ਨਜ਼ਰ ਆਉਂਦੀ ਹੋਵੇ, ਇਹੋ ਜਿਹੀ ਕੋਈ ਚੀਜ਼ ਦਿਖਦੀ ਨਹੀਂ ਪਈ। ਕੋਈ ਟਾਵਾਂ ਕਿਤੇ ਥੋੜੇ ਬੰਦੇ ਆਪਣੇ ਗਰੁੱਪ ਦੇ ਵਿੱਚ ਕਿਤੇ ਮੂਵ ਕਰ ਰਹੇ। ਲੇਕਿਨ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਦਫ਼ਤਰ ਦੇਖਿਆ, ਇੱਕ ਇਹਦੀ ਫੋਟੋ ਤੁਸੀਂ ਬਾਹਰੋਂ ਲੈ ਲਓ, ਦੂਸਰੇ ਕਾਂਗਰਸ ਦੇ ਚਲੇ ਜਾਓ, ਤੀਸਰੀ ਕੋਈ ਹੋਰ ਵੀ ਪਾਰਟੀ ਆ ਉਹਨਾਂ ਦੇ ਵੀ ਦਫ਼ਤਰ ਦੇਖ ਲਓ, ਤੁਹਾਨੂੰ ਦਫ਼ਤਰ ਦੀ ਹਲਚਲ ਤੋਂ ਹੀ ਅੰਦਾਜ਼ਾ ਹੋ ਜਾਏਗਾ ਕਿ ਕਿਹਦਾ ਕੀ ਹਾਲ ਹੈ। ਮੈਂ ਕਾਂਗਰਸ ਔਰ ਆਮ ਆਦਮੀ ਪਾਰਟੀ ਨੂੰ ਤੁਸੀਂ ਕੋਈ ਸੀਟ ਨਹੀਂ ਦੇ ਰਹੇ? ਮੈਨੂੰ ਨਹੀਂ ਲੱਗਦਾ ਇਸ ਵੇਲੇ ਉਹ ਕਿਤੇ ਦਿਖ ਰਿਹਾ। ਮੈਂ ਇਹ ਗੱਲ ਕਹਿ ਰਿਹਾ, ਸੀਟਾਂ ਦਾ ਅੰਕਲਨ ਤੇ ਕੋਈ ਵੀ ਬੰਦਾ ਪੋਲੀਟੀਕਲ ਪਾਰਟੀ ਦੇ ਵਿੱਚ ਸੀਟਾਂ ਦਾ ਅੰਕਲਨ ਕੀ ਬੰਦਾ ਕਰਕੇ ਦੇ ਸਕਦਾ ਹੈ? ਕੋਈ ਸਰਵੇਅਰ ਜਵਾਬ ਦੇ ਸਕਦਾ ਹੈ? ਅੱਛਾ, ਮੈਂ ਜਿਹੜੀ ਉਹ ਬੁਕਲੇਟ ਹੈ ਨਾ ਸਰ, ਜਿਹੜੀ ਤੁਸੀਂ ਜਾਰੀ ਕੀਤੀ ਆ, ਉਹ ਮੈਂ ਦੇਖੀ ਸੀਗੀ। ਉਸ ਦੇ ਵਿੱਚ ਕਾਰਪੋਰੇਸ਼ਨ ਦੀ ਜਿਹੜੀ ਗੱਲ ਹੋ ਰਹੀ ਆ, ਕਾਰਪੋਰੇਸ਼ਨ ਦੀ ਜਿਹੜੀ ਅਚੀਵਮੈਂਟਸ ਦੀਆਂ ਜਿਹੜੀਆਂ ਗੱਲ ਹੋ ਰਹੀਆਂ ਸਰ, ਉਹ ਬੁਕਲੇਟ 'ਚ ਬਹੁਤ ਘੱਟ ਹੈ। ਜਿਹੜੀ ਕਾਰਪੋਰੇਸ਼ਨ ਦੀ ਅਚੀਵਮੈਂਟ ਹੈ ਨਾ, ਉਸ ਬੁਕਲੇਟ 'ਚ ਬਹੁਤ ਘੱਟ ਹੈ। ਉਸ 'ਚ ਐਡਮਿਨਿਸਟ੍ਰੇਸ਼ਨ ਦੀ ਅਚੀਵਮੈਂਟਸ ਵੀ ਅਸੀਂ ਸ਼ਾਮਿਲ ਕੀਤੀਆਂ, ਉਸ 'ਚ ਹਾਊਸਿੰਗ ਬੋਰਡ ਦੀ ਅਚੀਵਮੈਂਟ ਵੀ ਅਸੀਂ ਸ਼ਾਮਿਲ ਕੀਤੀਆਂ, ਉਸ 'ਚ ਅਸੀਂ ਟਰਾਂਸਪੋਰਟ ਦੀ ਵੀ ਜਿਹੜੀ ਅਚੀਵਮੈਂਟ ਹੈ ਉਹ ਅਸੀਂ ਸ਼ਾਮਿਲ ਕੀਤੀਆਂ ਹੋਈਆਂ। ਤੇ ਜਦ ਤੁਸੀਂ ਸਾਰੇ ਜਿੰਨੇ ਕਹਿੰਦੇ ਹੋ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉੱਪਰ ਹੈ, ਉਹ ਕਹਿੰਦੇ ਹੈ ਕਿ ਜੀ ਕਿੰਨਾ ਗਵਰਨਰ ਤੁਹਾਡਾ ਹੈ, ਸਟੇਟ ਆਫਿਸ ਤੁਹਾਡਾ ਹੈ, ਤੁਹਾਡਾ ਆਪਣਾ ਕਮਿਸ਼ਨਰ ਤੁਹਾਡਾ ਹੈ, ਡੀਸੀ ਤੁਹਾਡਾ ਹੈ, ਐਡਵਾਈਜ਼ਰ ਤੁਹਾਡਾ ਹੈ, ਜਿਸ ਵੇਲੇ ਉਹ ਇਸ ਚੀਜ਼ ਨੂੰ ਕਹਿਣਗੇ ਤੇ ਫਿਰ ਉਸ ਚੀਜ਼ ਦੇ ਉੱਤੇ ਉਹਨਾਂ ਦੀ ਵਰਕਿੰਗ ਵੀ ਉਹਦੇ ਵਿੱਚ ਇਨਕਲੂਡ ਕੋਈ ਕਿਉਂ ਨਹੀਂ ਕਰੇਗਾ? ਅਸੀਂ ਇਹ ਸਟੇਟ ਆਫਿਸ ਨੂੰ ਅਸੀਂ ਪੂਰੇ ਢੰਗ ਦੇ ਨਾਲ ਅਸੀਂ ਇਹ ਸਟੇਟ ਆਫਿਸ ਨੂੰ ਅਸੀਂ ਉਹਦੇ 'ਚ ਕੰਪਿਊਟਰਾਈਜ਼ ਕਰਕੇ ਅੱਗੇ ਵਧਾਇਆ, ਉਹਦਾ ਫਾਇਦਾ ਕਿਹਨੂੰ ਮਿਲੇਗਾ ਜੀ? ਅਸੀਂ ਪਿੱਛੇ ਪਏ ਰਹੇ ਕਿ ਨਾ ਡੀਸੀ ਦੇ ਕੇ ਵੀ ਇਹਨੂੰ ਤੁਸੀਂ ਚੰਗੇ ਢੰਗ ਦੇ ਨਾਲ ਇਹਨੂੰ ਕੰਪਿਊਟਰਾਈਜ਼ ਕਰੋ। ਅਸੀਂ ਪਿੱਛੇ ਪਏ ਰਹੇ ਕਿ ਜੀ ਉਹ 8 ਸੈਕਟਰ ਦੇ ਵਿੱਚ ਜਿਹੜਾ ਅੰਡਰਗਰਾਊਂਡ ਹੋਣਾ ਹੈ ਉਹਦਾ ਜਿਹੜਾ ਇਲੈਕਟ੍ਰੀਸਿਟੀ ਦਾ, ਉਹਨੂੰ ਤੁਸੀਂ ਕੰਪਲੀਟ ਕਰਾਓ। ਅਸੀਂ ਉਸ ਗੱਲ ਨੂੰ ਕਿਉਂ ਨਹੀਂ ਰੱਖਾਂਗੇ? ਅਸੀਂ ਜਿਹੜੇ ਬਰਡ ਪਾਰਕ ਦੀ ਵਾਰੀ ਆਈ, ਉਹ ਸਾਰਾ ਕੰਸੈਪਟ ਜਿਸ ਵੇਲੇ ਆਇਆ ਤੇ ਗਵਰਨਰ ਨਾਲ ਬੈਠ ਕੇ ਉਹਦੀ ਜਿਹੜੀ ਪਹਿਲੀ ਮੀਟਿੰਗ ਹੋਈ,
ਉਹ ਪਹਿਲੀ ਮੀਟਿੰਗ ਦੇ ਵਿੱਚ ਵੀ ਅਸੀਂ ਉਹਨਾਂ ਦੇ ਨਾਲ ਬੈਠ ਕੇ ਇਸ ਚੀਜ਼ ਦੇ ਬਾਰੇ ਗੱਲ ਕੀਤੀ। ਅਸੀਂ ਉਹਦੀ ਗੱਲ ਕਿਉਂ ਨਹੀਂ ਕਰਾਂਗੇ ਜੀ? ਆਫਟਰ ਆਲ ਅਸੀਂ ਉੱਥੇ ਬੈਠੇ ਹੋਏ ਹਾਂ ਤੇ ਅਸੀਂ ਕੋਈ ਫਾਇਦਾ ਨੀਚੇ ਜਨਤਾ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਨੂੰ ਲੱਗਦਾ ਕਿ ਇਹ ਚੀਜ਼ ਦੇ ਬਾਰੇ ਗੱਲ ਕਰਨ ਦੇ ਵਿੱਚ ਸੰਕੋਚ ਕਾਹਨੂੰ ਨੂੰ ਕਰਨਾ। ਪਰ ਉਹ ਕਹਿੰਦੇ ਆ ਵੀ ਐਕਚੁਅਲ 'ਚ ਕੀ ਹੈ, ਕਾਰਪੋਰੇਸ਼ਨ 'ਚ ਅਚੀਵਮੈਂਟ ਨਹੀਂ ਹੈ, ਇਸ ਕਰਕੇ ਬੀਜੇਪੀ ਆਸੇ-ਪਾਸੇ ਦੀਆਂ ਗੱਲਾਂ ਕਰ ਰਹੀ ਹੈ, ਕਾਰਪੋਰੇਸ਼ਨ ਦੀ ਗੱਲ ਨਹੀਂ ਕਰ ਰਹੀ, ਜਦ ਕਿ ਇਲੈਕਸ਼ਨ ਜਿਹੜਾ ਉਹ ਕਾਰਪੋਰੇਸ਼ਨ ਦਾ। ਕਾਰਪੋਰੇਸ਼ਨ ਦੀ ਤੁਸੀਂ ਵਰਕਿੰਗ ਤੁਸੀਂ ਦੇਖ ਲਓ, ਕਾਰਪੋਰੇਸ਼ਨ ਦਾ ਤੁਸੀਂ ਬਜਟ ਦੇਖ ਲਓ ਕਿੰਨਾ ਵਧਿਆ, ਕਾਰਪੋਰੇਸ਼ਨ ਦੇ ਕੰਮ ਦੇਖੋ ਕਿੰਨੇ ਡਿਲੀਵਰ ਹੋਏ ਨੇ। ਕਾਰਪੋਰੇਸ਼ਨ ਨੇ ਆਪਣੇ ਢੰਗ ਦੇ ਨਾਲ ਆਪਣੇ ਪ੍ਰੋਜੈਕਟ, ਇਹ ਸਾਈਕਲ ਟਰੈਕ ਜਿਹੜਾ ਹੈਗਾ ਇਹਦੇ 'ਚ ਨਾਲ ਤੁਸੀਂ ਦੇਖੋ ਜਿਹੜੀ ਉਹ ਫੁੱਲਾਂ ਦੀਆਂ ਕਿਆਰੀਆਂ ਬਣੀਆਂ, ਜਿਹੜੀਆਂ ਹੁਣ ਮੈਂ ਗੱਲਾਂ ਤੁਹਾਨੂੰ ਉਹਦੀਆਂ ਕਾਰਪੋਰੇਸ਼ਨ ਦੀਆਂ ਮੈਂ ਸੁਣਾ ਦਿਆਂ। ਫਿਰ ਉਹ ਜਿਹੜਾ ਕਿੰਨਾ 29 MGD ਜਿਹੜਾ ਪਾਣੀ ਲਿਆਂਦਾ, ਉਹ ਕਿੱਥੇ ਕੋਈ ਕਾਂਗਰਸ ਸਰਕਾਰ ਨੇ ਲਿਆਂਦਾ? ਅਸੀਂ ਬਾਦਲ ਸਾਹਿਬ ਤੋਂ ਵੀ ਉਹਦੀ ਲਾਈਨ ਵਾਹ ਕੇ ਅਸੀਂ ਉਹਨੂੰ ਨਾਲ ਜੋੜ ਕੇ ਲਿਆਏ ਸੀਗੇ। ਅਸੀਂ ਵਰਕਿੰਗ ਕਰਦੇ ਹੋਏ ਮੈਂ ਤੁਹਾਨੂੰ 25 ਚੀਜ਼ਾਂ ਮੈਂ ਕਾਰਪੋਰੇਸ਼ਨ ਦੀਆਂ ਦੱਸ ਦਿੰਦਾ। ਗੱਲ ਇਹ ਨਹੀਂ ਹੈਗੀ, ਗੱਲ ਤੇ ਸਿਰਫ ਇਹ ਹੈਗੀ ਆ ਕਿ ਉਹ ਬੁਕਲੇਟ 'ਚ ਨਹੀਂ ਸੀਗੀਆਂ ਜਿਹੜੀ ਅਚੀਵਮੈਂਟ ਵਾਲੀ ਬੀਜੇਪੀ ਦੀ ਜਿਹੜੀ ਬੁਕਲੇਟ ਛਾਪੀ ਗਈ, ਉਸ 'ਚ ਕਾਰਪੋਰੇਸ਼ਨ ਦੀਆਂ ਸਿਰਫ ਚੀਜ਼ਾਂ ਨਹੀਂ ਹੈਗੀਆਂ। ਇਹ ਵੀ ਹੈਗੀਆਂ। ਅਸੀਂ ਉਹਦੇ 'ਚ ਇਹ ਵੀ ਦੱਸਿਆ ਹੈਗਾ ਵੈ, ਇਹ ਸਾਈਕਲ ਟਰੈਕ ਜਿਹੜਾ ਹੈਗਾ ਵੈ ਇਹ ਤੁਸੀਂ ਦੇਖੋ ਉੱਥੇ ਹੀ। ਬਿਲਕੁਲ ਠੀਕ ਹੈ। ਅੱਛਾ, ਫਿਰ ਤੁਸੀਂ ਆਹ ਦੇਖੋ ਜਿਹੜਾ ਅਸੀਂ ਉੱਥੇ ਕੰਮ ਕੀਤਾ, ਜਿਹੜਾ ਪਾਣੀ ਦਾ ਕੰਮ ਦੇ ਬਾਰੇ ਜ਼ਿਕਰ ਹੈ, ਪਾਣੀ ਉਹਦੇ ਵਿੱਚ ਹੀ ਹੈ, ਕਾਰਪੋਰੇਸ਼ਨ ਦੇ ਵਿੱਚ ਹੀ ਹੈ। ਜਿੰਨਾ ਅਸੀਂ ਕੰਮ ਇਹਦਾ ਕੋਵਿਡ ਦੇ ਵਿੱਚ ਕੀਤਾ, ਸਾਡੀ ਪਾਰਟੀ ਨੇ ਕੀਤਾ। ਕਾਂਗਰਸ ਤੇ ਕਿੰਨਾ ਕੁਆਰੰਟਾਈਨ 'ਚ ਚਲੀ ਗਈ ਸੀਗੀ, ਕਾਂਗਰਸ ਨੇ ਮੁੜ ਕੇ ਬਾਹਰ ਹੀ ਨਹੀਂ ਆਈ। ਕਾਂਗਰਸ ਨੇ ਕੀ ਕੀਤਾ ਕਿ ਭਾਈ ਇਹ ਤੇ ਸਾਡਾ ਤੇ ਕਾਰਜਕਰਤਾ ਜਿਹੜਾ ਹੈਗਾ ਵੈ ਬਿਮਾਰੀਆਂ ਮੈਨੂੰ ਨਾ ਹੋਣ ਤਾਂ ਉਹਦੇ ਉੱਤੋਂ ਵੀ ਡਰ ਤੋਂ ਪਰੇ ਰੱਖ ਕੇ ਉਹ ਬੰਦਾ, ਮੈਂ ਖੁਦ ਆਪਣੇ ਮੋਢੇ ਤੇ ਰੱਖ ਕੇ ਚੱਪਲਾਂ ਅਸੀਂ ਵੰਡਣ ਗਏ ਜਿਸ ਵੇਲੇ ਇਹ ਪ੍ਰਵਾਸੀ ਜਿਹੜੇ ਬਾਹਰ ਜਾ ਰਹੇ ਸੀ, ਅਸੀਂ ਰੇਲਵੇ ਸਟੇਸ਼ਨ ਦੇ ਬਾਹਰ ਉਹਨਾਂ ਨੂੰ ਪੂਰੇ ਦਿਨ ਦਾ ਖਾਣਾ ਦਿੱਤਾ। ਅਸੀਂ ਉਹਨਾਂ ਦੇ ਲਈ ਅਸੀਂ ਰਾਸ਼ਨ ਦੀਆਂ ਕਿੱਟਾਂ ਤਿਆਰ ਕੀਤੀਆਂ। ਅਸੀਂ ਕਿਹੜਾ ਕੰਮ ਨਹੀਂ ਕੀਤਾ? ਸਾਡੇ ਕਾਰਜਕਰਤਾ ਦੀ ਇੱਕ ਪੂਰੀ ਐਡੀ ਮੋਟੀ ਬੁਕਲੈਟ ਤੇ ਸਿਰਫ ਇਹਦੇ ਉੱਤੇ ਤਿਆਰ ਹੈਗੀ ਹੈ ਕਿ ਅਸੀਂ 52 ਅਸੀਂ ਕਿਚਨ ਚਲਾਏ। ਅਸੀਂ ਰੋਜ਼ ਦੇ ਰੋਜ਼ 75,000 ਪੈਕੇਟ ਉਹਦੇ ਖਾਣੇ ਦੇ ਅਸੀਂ ਤਿਆਰ ਕਰਕੇ ਵੰਡ ਰਹੇ ਸੀ। ਕਾਂਗਰਸ ਕਿੱਥੇ ਸੀਗੀ? ਕਾਂਗਰਸ ਤੇ ਕੁਆਰੰਟਾਈਨ 'ਚ ਸੀ। ਹੁਣ ਜਨਤਾ ਕੁਆਰੰਟਾਈਨ 'ਚ ਭੇਜੇਗੀ ਇਹਨਾਂ ਨੂੰ। ਚਲੋ ਥੈਂਕ ਯੂ। ਇਹ ਸੀਗੇ ਟੰਡਨ ਜੀ। ਟੰਡਨ ਜੀ ਦਾ ਕਹਿਣਾ ਹੈ ਕਿ ਜਿਹੜਾ ਇਸ ਵਾਰੀ ਇਲੈਕਸ਼ਨ ਹੈ ਚੁਣਾਵ ਚੰਡੀਗੜ੍ਹ ਕਾਰਪੋਰੇਸ਼ਨ ਦੇ, ਉਸ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਿਤੇ ਨਹੀਂ ਹੈਗੀ, ਔਰ ਬੀਜੇਪੀ ਜਿਹੜਾ ਇਹ ਇਲੈਕਸ਼ਨ ਹੈ ਇਹ ਵਿਕਾਸ ਦੇ ਮੁੱਦੇ ਤੇ ਲੜ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 6 ਸਾਲਾਂ ਵਿੱਚ ਬੀਜੇਪੀ ਨੇ ਜਿਹੜਾ ਚੰਡੀਗੜ੍ਹ ਵਿੱਚ ਬਹੁਤ ਜ਼ਿਆਦਾ ਵਿਕਾਸ ਕੀਤਾ, ਔਰ ਉਸੀ ਦੇ ਨਾਮ ਤੇ ਬੀਜੇਪੀ ਵੋਟ ਮੰਗ ਰਹੀ ਹੈ। ਜਿਹੜੀ ਕਾਂਗਰਸ ਨੇ ਚਾਰਟ ਸ਼ੀਟ ਜਾਰੀ ਕੀਤੀ ਹੈ ਬੀਜੇਪੀ ਦੇ ਕੰਮ ਨੂੰ ਲੈ ਕੇ, ਉਹਨਾਂ ਦਾ ਕਹਿਣਾ ਹੈ ਉਸ ਵਿੱਚ ਕਾਂਗਰਸ ਨੇ ਆਪਣੇ 15 ਸਾਲ ਦੀ ਜਿਹੜੀ ਅਚੀਵਮੈਂਟ ਹੈ, ਕਿਉਂਕਿ 6 ਸਾਲ ਤੋਂ ਪਹਿਲੇ 15 ਸਾਲ ਲਗਾਤਾਰ ਕਾਂਗਰਸ ਰਹੀ ਹੈ, ਉਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਟੰਡਨ ਸਾਹਿਬ ਦਾ ਕਹਿਣਾ ਹੈ ਕਿ ਉਸ ਸਮੇਂ ਕਾਂਗਰਸ ਵਾਲੇ ਸਿਰਫ ਘੁਟਾਲੇ ਹੋਏ ਸੀ, ਹੋਰ ਕੋਈ ਕੰਮ ਨਹੀਂ ਹੋਇਆ। ਪਰ ਇਹ ਸਭ ਦਾ ਫੈਸਲਾ ਜਨਤਾ ਨੇ ਕਰਨਾ ਹੈ। 24 ਤਰੀਕ ਨੂੰ ਜਦੋਂ ਵੋਟਾਂ ਪੈਣਗੀਆਂ ਉਸ ਵਿੱਚ ਜਨਤਾ ਫੈਸਲਾ ਕਰੇਗੀ, ਔਰ 28 ਤਰੀਕ ਨੂੰ ਜਦੋਂ ਰਿਜ਼ਲਟ ਆਏਗਾ ਤਾਂ ਸਾਰਾ ਕੁਝ ਸਾਫ਼ ਹੋ ਜਾਏਗਾ ਵੀ ਜਨਤਾ ਕੀ ਮੰਨਦੀ ਹੈ, ਕਾਂਗਰਸ ਦੇ ਘੁਟਾਲਿਆਂ ਨੂੰ ਕਿੰਨਾ ਕੁ ਤਜਬ ਦਿੰਦੀ ਆ ਔਰ ਬੀਜੇਪੀ ਦੇ ਕੰਮ ਨੂੰ ਕਿੰਨਾ ਕੁ ਤਜਬ ਦਿੰਦੀ ਆ। ਇਹ ਬਿਲਕੁਲ ਆਉਣ ਵਾਲਾ ਸਮਾਂ ਸਾਫ਼ ਕਰ ਦੇਗਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਜਾਬ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ।